ਨਮਸਤੇ ਇੰਜੀਨੀਅਰਿੰਗ ਮੈਥਮੈਟਿਕਸ 1 ਦੇ 6ਵੇਂ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਅਤੇ ਅੱਜ ਅਸੀਂ ਦੋ ਵੇਰੀਏਬਲਸ ਤੇ ਫੰਕਸ਼ਨਸ ਦੀ ਲਿਮਿਟ ਬਾਰੇ ਚਰਚਾ ਕਰਾਂਗੇ। ਇਸ ਲਈ ਅੱਜ ਵਿਸ਼ੇਸ਼ ਤੌਰ ਤੇ ਅਸੀਂ ਹੁਣ ਡਿਫਰੈਂਸ਼ੀਅਲ ਕੈਲਕੂਲਸ ਅਤੇ ਕਈ ਵੇਰੀਏਬਲਸ ਦੇ ਫੰਕਸ਼ਨਸ ਬਾਰੇ ਗੱਲ ਕਰ ਰਹੇ ਹਾਂ। ਅਤੇ ਲਿਮਿਟਸ ਬਾਰੇ ਦੱਸਣ ਤੋਂ ਪਹਿਲਾਂ ਮੈਂ ਇਸ ਬਾਰੇ ਵੀ ਚਰਚਾ ਕਰਾਂਗਾ ਕਿ ਇਹ ਕਿਸ ਕਿਸਮ ਦੇ ਫੰਕਸ਼ਨ ਹਨ। ਸਾਡਾ ਮਤਲਬ ਕਈ ਵੇਰੀਏਬਲਸ ਲਈ ਹੈ। ਇਸ ਲਈ ਇੱਥੇ ਪਹਿਲਾਂ ਮੈਂ ਤੁਹਾਨੂੰ ਦੋ ਵੇਰੀਏਬਲਸ ਦੇ ਫੰਕਸ਼ਨਸ ਬਾਰੇ ਦੱਸਦਾ ਹਾਂ। ਇੱਕ ਫੰਕਸ਼ਨ z f(x, y) ਦੇ ਬਰਾਬਰ ਹੈ, ਇਸ ਲਈ ਇਹ ਸਾਡੇ ਇੱਕ ਵੇਰੀਏਬਲ ਦੇ ਫੰਕਸ਼ਨ ਦੇ ਸਮਾਨ ਹੈ, ਪਰ ਉੱਥੇ ਅਸੀਂ ਕੰਸੀਡਰ ਕਰਦੇ ਹਾਂ ਕਿ y ਜੋ x ਦੇ ਫੰਕਸ਼ਨ ਦੇ ਬਰਾਬਰ ਹੈ, ਇਸ ਲਈ ਇਹ ਸਿਰਫ ਇੱਕ ਵੇਰੀਏਬਲ ਹੁੰਦਾ ਹੈ। ਪਰ ਹੁਣ ਇੱਥੇ z ਦੋ ਵੇਰੀਏਬਲਸ x ਅਤੇ y ਤੇ ਨਿਰਭਰ ਕਰਦਾ ਹੈ, ਇਸ ਲਈ ਇਹ ਦੋ ਵੇਰੀਏਬਲਸ ਦਾ ਫੰਕਸ਼ਨ ਹੈ ਅਤੇ ਇਹ ਦੋ ਵੇਰੀਏਬਲ x ਅਤੇ y ਦਾ ਰੀਅਲ ਵੈਲਿਊਡ ਫੰਕਸ਼ਨ ਹੈ। ਜੇਕਰ xy ਪਲੇਨ ਦੇ ਇੱਕ ਖਾਸ ਹਿੱਸੇ ਦੇ ਹਰੇਕ ਪੁਆਇੰਟ xy ਨੂੰ ਫੰਕਸ਼ਨ ਦਾ ਡੋਮੇਨ ਕਿਹਾ ਜਾਂਦਾ ਹੈ। ਅਤੇ ਜੇ ਅਸੀਂ ਇਸ ਰੂਲ z f(x, y) ਦੇ ਬਰਾਬਰ ਹੈ ਦੀ ਵਰਤੋਂ ਕਰਦੇ ਹੋਏ ਇਹ ਵੈਲਿਊ ਅਸਾਈਨ ਕਰਦੇ ਹਾਂ, ਕੁਝ ਦਿੱਤੇ ਗਏ ਰੂਲ f(x, y) ਦੇ ਅਨੁਸਾਰ ਇੱਕ ਰੀਅਲ ਵੈਲਿਊ z ਹੋਵੇਗੀ, ਫਿਰ ਅਸੀਂ ਇਸ ਫੰਕਸ਼ਨ ਨੂੰ ਦੋ ਵੇਰੀਏਬਲਸ ਦਾ ਫੰਕਸ਼ਨ ਕਹਿੰਦੇ ਹਾਂ। ਤਾਂ ਡੋਮੇਨ ਕੀ ਹੈ? ਡੋਮੇਨ ਅਸਲ ਵਿੱਚ xy ਪਲੇਨ ਵਿੱਚ xy ਪੁਆਇੰਟਸ ਦਾ ਸੈੱਟ ਹੈ ਜਿੱਥੇ f(x, y) ਨੂੰ ਪਰਿਭਾਸ਼ਿਤ ਕੀਤਾ ਗਿਆ ਹੈ। ਅਤੇ ਰੇਂਜ ਪੁਆਇੰਟ xy ਦੇ ਅਨੁਸਾਰੀ z ਦੀਆਂ ਸਾਰੀਆਂ ਸੰਭਾਵਿਤ ਵੈਲਿਊਜ਼ ਦਾ ਸੰਗ੍ਰਹਿ ਹੈ। ਇੱਥੇ ਅਸੀਂ ਇਹਨਾਂ xy ਨੂੰ ਇੰਡੀਪੈਂਡੈਂਟ ਵੇਰੀਏਬਲ ਅਤੇ z ਨੂੰ ਡਿਪੈਂਡੈਂਟ ਵੇਰੀਏਬਲ ਕਹਾਂਗੇ। ਇਸ ਲਈ ਇਸ ਸਥਿਤੀ ਵਿੱਚ xy ਅਤੇ z ਐਕਸਿਸ ਦਾ ਕੋਆਰਡੀਨੇਟ ਸਿਸਟਮ ਕੰਸੀਡਰ ਕਰੀਏ। ਅਤੇ ਉਦਾਹਰਨ ਦੇ ਤੌਰ ਤੇ ਇਹ xy ਪਲੇਨ ਦਾ ਪੁਆਇੰਟ ਹੈ ਜਿਸ ਨੂੰ ਇੱਥੇ ਇਸ ਪੁਆਇੰਟ ਦੁਆਰਾ ਦਰਸਾਇਆ ਗਿਆ ਹੈ ਅਤੇ xy ਪਲੇਨ ਵਿੱਚ ਇਸ ਪੁਆਇੰਟ ਦਾ ਕੋਆਰਡੀਨੇਟ x ਅਤੇ y ਦੁਆਰਾ ਦਿੱਤਾ ਗਿਆ ਹੈ। ਇਸ ਪੁਆਇੰਟ ਦੇ ਅਨੁਸਾਰੀ ਜੇ ਅਸੀਂ ਇਸ f(x, y) ਨੂੰ ਕੰਪਿਊਟ ਕਰਦੇ ਹਾਂ, ਫਿਰ ਉਦਾਹਰਨ ਦੇ ਤੌਰ ਤੇ ਇਹ ਪੁਆਇੰਟ ਹੈ ਇੱਥੇ z ਐਕਸਿਸ ਦੇ ਨਾਲ ਇਸ ਪੁਆਇੰਟ xy ਤੇ ਇਸ ਫੰਕਸ਼ਨ ਦੀ ਉਚਾਈ f(x, y) ਹੈ। ਇਸ ਲਈ ਇਹ ਇੱਥੇ 3 ਡਾਇਮੈਂਸ਼ਨਲ ਸਿਸਟਮ ਵਿੱਚ ਇਹ ਪੁਆਇੰਟ ਹੈ। x ਕੋਆਰਡੀਨੇਟ, y ਕੋਆਰਡੀਨੇਟ ਅਤੇ z ਕੋਆਰਡੀਨੇਟ ਜੋ f(x, y) ਹੈ। ਹੁਣ ਜੇ ਅਸੀਂ ਡੋਮੇਨ ਦੇ ਪੁਆਇੰਟ ਦੇ ਅਨੁਸਾਰੀ ਇਹਨਾਂ ਸਾਰੇ ਪੁਆਇੰਟ ਨੂੰ ਕਲੈਕਟ ਕਰਦੇ ਹਾਂ, ਇਹ ਸਰਫੇਸ ਬਣ ਜਾਵੇਗਾ। ਇੱਥੇ 3 ਡਾਇਮੈਂਸ਼ਨਲ ਪਲੇਨ ਵਿੱਚ ਦੋ ਵੇਰੀਏਬਲਸ ਦਾ ਇਹ ਫੰਕਸ਼ਨ ਇੱਕ ਸਰਫੇਸ ਨੂੰ ਦਰਸਾਉਂਦਾ ਹੈ। ਇਸ ਲਈ ਇਹ ਫੰਕਸ਼ਨ z ਹੈ ਜੋ f(x, y) ਦੇ ਬਰਾਬਰ ਹੈ, ਜੋ ਇਸ 3 ਡਾਇਮੈਂਸ਼ਨਲ ਕੋਆਰਡੀਨੇਟ ਸਿਸਟਮ ਵਿੱਚ ਸਰਫੇਸ ਨੂੰ ਦਰਸਾਉਂਦਾ ਹੈ। ਆਓ ਹੁਣ ਇਸ ਉਦਾਹਰਣ ਨੂੰ ਕੰਸੀਡਰ ਕਰੀਏ ਕਿ z ਸਕੁਏਅਰ ਰੂਟ 1 x ਸਕੁਏਅਰ y ਸਕੁਏਅਰ ਦੇ ਬਰਾਬਰ ਹੈ। ਕਿਉਂਕਿ ਇਹ z ਰੀਅਲ ਹੈ, ਇਸ ਲਈ ਇੱਥੇ ਆਰਗੂਮੈਂਟ 1 x ਸਕੁਏਅਰ y ਸਕੁਏਅਰ 0 ਤੋਂ ਵੱਡਾ ਜਾਂ ਇਸ ਦੇ ਬਰਾਬਰ ਹੋਣਾ ਚਾਹੀਦਾ ਹੈ। ਅਤੇ ਇਸ ਦਾ ਅਰਥ ਇਹ ਹੋਵੇਗਾ ਕਿ x ਸਕੁਏਅਰ ਪਲਸ y ਸਕੁਏਅਰ 1 ਤੋਂ ਘੱਟ ਜਾਂ ਇਸ ਦੇ ਬਰਾਬਰ ਹੋਣਾ ਚਾਹੀਦਾ ਹੈ। ਅਤੇ ਇਸ ਲਈ ਸਾਨੂੰ ਇਹ ਡੋਮੇਨ D ਮਿਲਦਾ ਹੈ ਜਿਸ ਵਿੱਚ R2 ਵਿੱਚ ਸਾਰੇ ਪੁਆਇੰਟ ਸ਼ਾਮਿਲ ਹੁੰਦੇ ਹਨ, ਜਿਸ ਦਾ ਅਰਥ ਹੈ ਕਿ ਦੋਵੇਂ ਰੀਅਲ ਹਨ ਅਤੇ xy ਪਲੇਨ ਵਿੱਚ ਹਨ। ਜਿੱਥੇ x ਸਕੁਏਅਰ ਪਲਸ y ਸਕੁਏਅਰ ਜੋ 1 ਤੋਂ ਘੱਟ ਜਾਂ ਇਸ ਦੇ ਬਰਾਬਰ ਹੈ, ਇਸ ਲਈ ਇਹ ਇੱਥੇ xy ਪਲੇਨ ਵਿੱਚ ਇੱਕ ਸਰਕੂਲਰ ਡਿਸਕ ਹੈ, ਜੋ ਕਿ ਇਸ ਫੰਕਸ਼ਨ z ਲਈ ਡੋਮੇਨ ਬਣਾਉਂਦਾ ਹੈ ਜੋ ਸਕੁਏਅਰ ਰੂਟ 1 x ਸਕੁਏਅਰ y ਸਕੁਏਅਰ ਦੇ ਬਰਾਬਰ ਹੈ। ਅਤੇ ਰੇਂਜ ਇਸ ਲਈ ਇਸ ਡੋਮੇਨ ਦੇ ਪੁਆਇੰਟਸ ਲਈ z ਦੀ ਸੰਭਾਵਿਤ ਵੈਲਿਊ ਰੇਂਜ ਹੈ। ਜੇ ਅਸੀਂ ਇੱਥੇ ਨੋਟਿਸ ਕਰਦੇ ਹਾਂ ਕਿ x ਸਕੁਏਅਰ ਪਲਸ y ਸਕੁਏਅਰ ਜੋ 1 ਤੋਂ ਘੱਟ ਜਾਂ ਇਸ ਦੇ ਬਰਾਬਰ ਹੈ, ਇਸ ਲਈ ਇੱਥੇ ਸਕੁਏਅਰ ਰੂਟ ਦੀ ਇਹ ਵੈਲਿਊ 0 ਅਤੇ 1 ਨਾਲ ਸੰਬੰਧਿਤ ਹੋਵੇਗੀ। ਇਹ ਉਹ ਰੇਂਜ ਹੈ ਜਿੱਥੇ ਰੀਅਲ ਐਕਸਿਸ ਤੋਂ ਸਾਰੇ z ਪੁਆਇੰਟਸ ਅਤੇ ਜਿੱਥੇ z 0 ਅਤੇ 1 ਦੇ ਵਿਚਕਾਰ ਹੈ। ਇਹ ਇਸ ਫੰਕਸ਼ਨ ਦਾ ਗ੍ਰਾਫ ਹੈ ਜੋ ਅਸਲ ਵਿੱਚ ਸਫੇਅਰ ਦੇ ਹਿੱਸੇ ਦੇ ਉੱਪਰ ਅੱਧਾ ਸਫੇਅਰ ਹੈ, ਇਸ ਲਈ ਇੱਥੇ z ਐਕਸਿਸ x ਐਕਸਿਸ ਅਤੇ y ਐਕਸਿਸ ਹੈ।
ਇਸ ਲਈ ਇੱਥੇ ਇਹ ਡੋਮੇਨ ਜੋ ਕਿ ਸਰਕੂਲਰ ਡਿਸਕ x ਸਕੁਏਅਰ ਪਲਸ y ਸਕੁਏਅਰ 0 ਤੋਂ ਘੱਟ ਜਾਂ ਇਸ ਦੇ ਬਰਾਬਰ ਹੈ। ਅਤੇ ਇਸ ਸਰਕੂਲਰ ਡਿਸਕ ਦੇ ਹਰੇਕ ਪੁਆਇੰਟ ਤੇ ਅਸੀਂ z ਦੀ ਵੈਲਿਊ ਕੰਪਿਊਟ ਕੀਤੀ ਹੈ ਅਤੇ ਸਰਫੇਸ ਨੂੰ ਪਲਾਟ ਕੀਤਾ ਗਿਆ ਹੈ। ਇਸ ਲਈ ਇਹ ਇੰਟਰਪ੍ਰੀਟੇਸ਼ਨ ਹੈ ਜੋ ਦੋ ਵੇਰੀਏਬਲਸ ਦੇ ਫੰਕਸ਼ਨਸ ਦੀ ਜਿਓਮੈਟ੍ਰੀਕਲ ਇੰਟਰਪ੍ਰੀਟੇਸ਼ਨ ਹੈ। ਹੁਣ ਇਸ ਤੋਂ ਪਹਿਲਾਂ ਕਿ ਅਸੀਂ ਬਾਅਦ ਵਿੱਚ ਲਿਮਿਟ ਅਤੇ ਕੰਟੀਨਿਊਇਟੀ ਵਾਲੇ ਹਿੱਸੇ ਤੇ ਜਾਈਏ, ਸਾਨੂੰ xy ਪਲੇਨ ਵਿੱਚ ਦੋ ਪੁਆਇੰਟਸ ਦੇ ਵਿਚਕਾਰ ਡਿਸਟੈਂਸ ਦੇ ਕਨਸੈਪਟ ਦੀ ਲੋੜ ਹੈ। ਇਸ ਲਈ ਜੇ ਸਾਡੇ ਕੋਲ ਦੋ ਪੁਆਇੰਟ P ਅਤੇ Q ਹਨ, ਇੱਥੇ ਦੋ ਕੋਆਰਡੀਨੇਟ x0 y0 ਅਤੇ x1 y1 ਹਨ, ਫਿਰ ਇਹਨਾਂ ਦੋ ਪੁਆਇੰਟਸ ਦੇ ਵਿਚਕਾਰ ਡਿਸਟੈਂਸ ਕੀ ਹੈ, ਜਿਸ ਦਾ ਅਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹਾਂ ਜੇ ਅਸੀਂ ਇਹ ਟਰਾਇੰਗਲ ਬਣਾਉਂਦੇ ਹਾਂ। ਫਿਰ ਇਹ ਇੱਥੇ ਉਚਾਈ y1 y0 ਹੋਵੇਗੀ ਅਤੇ ਇਹ x1 x0 ਹੋਵੇਗਾ। ਅਤੇ ਹੁਣ ਇਹ ਡਿਸਟੈਂਸ PQ x1 x ਸਕੁਏਅਰ ਅਤੇ ਪਲਸ y1 y ਸਕੁਏਅਰ ਦਾ ਸਕੁਏਅਰ ਰੂਟ ਹੋਵੇਗਾ। ਇਸ ਲਈ ਇਹ ਡਿਸਟੈਂਸ ਹੈ x1 x ਸਕੁਏਅਰ ਪਲਸ y1 y0 ਹੋਲ ਸਕੁਏਅਰ ਅਤੇ ਸਕੁਏਅਰ ਰੂਟ। ਅਸੀਂ ਹੁਣ ਇੱਕ ਪੁਆਇੰਟ P x0 y0 ਦੇ ਨੇਬਰਹੁੱਡ ਬਾਰੇ ਵੀ ਲਿਖਾਂਗੇ। ਇਸ ਲਈ ਜੇਕਰ xy ਪਲੇਨ ਵਿੱਚ ਇੱਕ ਪੁਆਇੰਟ x0 y0 ਦੇ ਰੂਪ ਵਿੱਚ ਦਿੱਤਾ ਗਿਆ ਹੈ ਜੋ ਕਿ ਇੱਥੇ P ਦੁਆਰਾ ਦਰਸਾਇਆ ਗਿਆ ਹੈ, ਫਿਰ ਅਸੀਂ ਹੁਣ ਦੱਸਾਂਗੇ ਕਿ ਇਸ ਪੁਆਇੰਟ P ਦਾ ਡੈਲਟਾ ਨੇਬਰਹੁੱਡ ਕੀ ਹੈ, ਜਿਸ ਨੂੰ ਆਮ ਤੌਰ ਤੇ n ਡੈਲਟਾ P ਜਾਂ nP ਡੈਲਟਾ ਦੁਆਰਾ ਦਰਸਾਇਆ ਜਾਂਦਾ ਹੈ। ਇਸ ਲਈ ਇੱਥੇ n ਡੈਲਟਾ P ਸਾਰੇ ਪੁਆਇੰਟਸ xy ਦੁਆਰਾ ਇੱਥੇ ਦਿੱਤਾ ਗਿਆ ਹੈ, ਜਿਸ ਦਾ ਡਿਸਟੈਂਸ ਪੁਆਇੰਟ x0 y0 ਤੋਂ ਅਤੇ ਡਿਸਟੈਂਸ ਤੋਂ ਇਸ ਪੁਆਇੰਟ P ਤੋਂ ਡੈਲਟਾ ਤੋਂ ਘੱਟ ਹੈ। ਇਸ ਲਈ ਹੁਣ ਇਹ ਇੱਥੇ ਦੁਬਾਰਾ ਇੱਕ ਓਪਨ ਸਰਕੂਲਰ ਡਿਸਕ ਹੈ ਜੋ ਕਿ ਇੱਥੇ ਦਰਸਾਇਆ ਗਿਆ ਹੈ, ਤਾਂ ਇਹ ਇੱਕ ਪੁਆਇੰਟ P ਹੈ ਅਤੇ ਇੱਥੇ ਰੇਡੀਅਸ ਡੈਲਟਾ ਹੈ। ਅਤੇ ਹੁਣ ਇਸ ਡਿਸਕ ਦੇ ਸਾਰੇ ਪੁਆਇੰਟ ਇੱਥੇ ਇਸ ਰਿਲੇਸ਼ਨ ਨੂੰ ਪੂਰਾ ਕਰਦੇ ਹਨ। ਇਸ ਲਈ ਇਹ ਇਸ ਪੁਆਇੰਟ P ਦਾ ਨੇਬਰਹੁੱਡ ਹੈ। ਨੋਟ ਕਰੋ ਕਿ ਇਹ ਇੱਕ ਓਪਨ ਨੇਬਰਹੁੱਡ ਹੈ ਕਿਉਂਕਿ ਬਾਉਂਡਰੀ ਸ਼ਾਮਿਲ ਨਹੀਂ ਕੀਤੀ ਗਈ ਹੈ। ਜੇ ਅਸੀਂ ਇੱਥੇ ਡੈਲਟਾ ਤੋਂ ਘੱਟ ਜਾਂ ਇਸ ਦੇ ਬਰਾਬਰ ਸ਼ਾਮਿਲ ਕਰਦੇ ਹਾਂ ਤਾਂ ਇਸ ਡਿਸਕ ਦੀ ਬਾਉਂਡਰੀ ਦਾ ਅਰਥ ਹੈ ਕਿ ਸਰਕਲ ਵੀ ਇੱਥੇ ਪੁਆਇੰਟ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇਸ ਲਈ ਇਹ ਡੈਲਟਾ ਦੇ ਰੇਡੀਅਸ ਦੇ ਨਾਲ P ਦਾ ਓਪਨ ਨੇਬਰਹੁੱਡ ਹੈ। ਇਹ ਨੇਬਰਹੁੱਡ ਦੀ ਸਭ ਤੋਂ ਕਾਮਨ ਪਰਿਭਾਸ਼ਾ ਹੈ, ਪਰ ਅਸੀਂ ਨੇਬਰਹੁੱਡ ਨੂੰ ਇਸ ਪੁਆਇੰਟ P ਦੇ ਆਲੇ-ਦੁਆਲੇ ਸਕੁਏਅਰ ਦੇ ਰੂਪ ਵਿੱਚ ਵੀ ਲਿਖ ਸਕਦੇ ਹਾਂ, ਜਿਸ ਨੂੰ x ਦੁਆਰਾ ਪੇਸ਼ ਕੀਤਾ ਗਿਆ ਜੋ x0 ਮਾਈਨਸ ਡੈਲਟਾ ਅਤੇ x0 ਪਲਸ ਡੈਲਟਾ ਦੇ ਵਿਚਕਾਰ ਹੈ। y ਵੀ y0 ਮਾਈਨਸ ਡੈਲਟਾ ਅਤੇ y0 ਪਲਸ ਡੈਲਟਾ ਦੇ ਵਿਚਕਾਰ ਹੈ ਅਤੇ ਇਸ ਨੂੰ ਇਸ ਸਕੁਏਅਰ ਦੁਆਰਾ ਦਰਸਾਇਆ ਗਿਆ ਹੈ। ਇੱਥੇ ਇਸ ਦੇ ਨਾਲ ਹਾਫ ਸਾਈਡ ਇਹ ਡੈਲਟਾ ਹੈ ਅਤੇ P ਪੁਆਇੰਟ ਹੈ। ਇਸ ਲਈ ਇੱਕ ਵੇਰੀਏਬਲ ਦੇ ਫੰਕਸ਼ਨ ਦੀ ਲਿਮਿਟ। ਇਸ ਲਈ ਅਸੀਂ ਹੁਣ ਯਾਦ ਕਰਦੇ ਹਾਂ ਇਸ ਤੋਂ ਪਹਿਲਾਂ ਕਿ ਅਸੀਂ ਦੋ ਵੇਰੀਏਬਲਸ ਦੇ ਫੰਕਸ਼ਨਸ ਲਈ ਲਿਮਿਟ ਦੇ ਕਨਸੈਪਟ ਦੀ ਪਰਿਭਾਸ਼ਾ ਬਾਰੇ ਜਾਣੀਏ, ਪਹਿਲਾਂ ਇੱਕ ਵੇਰੀਏਬਲ ਦੇ ਫੰਕਸ਼ਨ ਦੀ ਲਿਮਿਟ ਬਾਰੇ ਵਿਚਾਰ ਕਰਨਾ ਜ਼ਰੂਰੀ ਹੈ। ਅਤੇ ਮੁੱਖ ਤੌਰ ਤੇ ਅਸੀਂ ਹੁਣ ਲਿਮਿਟ ਦੀ ਇਸ ਡੈਲਟਾ ਐਪਸੀਲੋਨ ਪਰਿਭਾਸ਼ਾ ਤੇ ਧਿਆਨ ਦੇਵਾਂਗੇ ਜੋ ਕਿ ਕਈ ਵੇਰੀਏਬਲ ਦੇ ਫੰਕਸ਼ਨਸ ਦੀ ਲਿਮਿਟ ਬਾਰੇ ਚਰਚਾ ਕਰਨ ਲਈ ਬਹੁਤ ਜ਼ਰੂਰੀ ਹੈ। ਇੱਥੇ ਅਸੀਂ ਇੱਕ ਵੇਰੀਏਬਲ ਦੇ ਕੇਸ ਲਈ ਕਹਿੰਦੇ ਹਾਂ ਕਿ ਇਹ ਲਿਮਿਟ x goes to x not f(x) is equal to L ਜੇ ਹਰੇਕ ਐਪਸੀਲੋਨ ਲਈ 0 ਤੋਂ ਵੱਧ ਹੈ, ਲਈ ਇੱਥੇ 0 ਤੋਂ ਵੱਡਾ ਡੈਲਟਾ ਐਗਜ਼ਿਸਟ ਹੁੰਦਾ ਹੈ, ਜਿਵੇਂ ਕਿ ਸਾਰੇ x ਲਈ, ਤਾਂ ਉਹ ਸਾਰੇ x ਜੋ ਇਸ x0 ਦੇ ਇਸ ਨੇਬਰਹੁੱਡ ਨਾਲ ਸੰਬੰਧਿਤ ਹਨ ਦਰਸਾਉਂਦੇ ਹਨ ਕਿ f(x) ਅਤੇ ਮਾਈਨਸ ਇਸ L ਦੇ ਵਿੱਚ ਡਿਫਰੈਂਸ ਇੱਥੇ ਦਿੱਤੇ ਗਏ ਨੰਬਰ L ਤੋਂ ਘੱਟ ਹੈ। ਇਸ ਲਈ ਮੈਂ ਤੁਹਾਨੂੰ ਇੱਥੇ ਇਸ ਪਲੋਟ ਦੀ ਸਹਾਇਤਾ ਨਾਲ ਇਸ ਕਨਸੈਪਟ ਬਾਰੇ ਦੱਸਦਾ ਹਾਂ। ਇਸ ਲਈ ਸਾਡੇ ਕੋਲ ਇੱਕ ਫੰਕਸ਼ਨ f(x) ਹੈ ਜਿਸ ਦੀ ਲਿਮਿਟ x ਹੈ ਜੋ ਇਸ x0 ਤੱਕ L ਹੈ। ਇਹ ਇੱਥੇ ਪੁਆਇੰਟ x0 ਹੈ। ਇਹ ਪੁਆਇੰਟ x0 ਹੈ। ਅਤੇ ਫਿਰ ਇਸ ਦੇ ਅਨੁਸਾਰੀ ਇਹ ਵੈਲਿਊ L ਉੱਥੇ ਹੈ।
ਅਤੇ ਹੁਣ ਇਹ ਪਰਿਭਾਸ਼ਾ ਕੀ ਕਹਿੰਦੀ ਹੈ ਕਿ ਹਰੇਕ ਐਪਸੀਲੋਨ ਦੇ ਅਨੁਸਾਰੀ ਹੈ, ਇਸ ਲਈ ਇਹ ਬਹੁਤ ਛੋਟਾ ਨੰਬਰ ਜਾਂ ਕੁਝ ਵੀ ਹੋ ਸਕਦਾ ਹੈ, ਇਸ ਲਈ ਇਹ ਐਪਸੀਲੋਨ ਪੋਜ਼ਿਟਿਵ ਹੈ। ਇਸ ਦਾ ਮਤਲਬ ਇਹ ਹੈ ਕਿ ਇਸ L ਦੇ ਦੁਆਲੇ ਇਸ ਡਿਸਟੈਂਸ ਦੁਆਰਾ ਦਰਸਾਇਆ ਗਿਆ ਹੈ ਹਰੇਕ ਐਪਸੀਲੋਨ ਲਈ। ਹਾਲਾਂਕਿ ਇੱਥੇ ਛੋਟਾ ਹਮੇਸ਼ਾ ਇਸ x0 ਦਾ ਨੇਬਰਹੁੱਡ ਮੌਜੂਦ ਹੁੰਦਾ ਹੈ, ਜੋ ਕਿ ਇੱਥੇ ਕੇਸ ਹੈ। ਅਤੇ ਹੁਣ ਜੇ ਅਸੀਂ ਇਸ ਨੇਬਰਹੁੱਡ ਵਿੱਚ ਕੋਈ x ਲਵਾਂਗੇ ਤਾਂ ਇਹ ਡੈਲਟਾ ਹੈ। ਇਸ ਲਈ ਜੇ ਅਸੀਂ ਹੁਣ ਇਸ ਨੇਬਰਹੁੱਡ ਵਿੱਚ ਕੋਈ ਪੁਆਇੰਟ ਲੈਂਦੇ ਹਾਂ, ਵੈਲਿਊ ਜਾਂ ਇਸ f(x) ਦੀ ਵੈਲਿਊ ਦਾ ਡਿਫਰੈਂਸ ਹੋਵੇਗਾ ਅਤੇ -L ਐਪਸੀਲੋਨ ਤੋਂ ਘੱਟ ਹੋਵੇਗਾ। ਹਾਂ, ਇਹ ਇੱਥੇ ਐਪਸੀਲੋਨ ਹੈ, ਮੈਨੂੰ ਇਸ ਨੂੰ ਸਹੀ ਕਰਨ ਦਿਓ। ਇਹ ਐਪਸੀਲੋਨ ਹੈ, ਇਸ ਲਈ ਡਿਫਰੈਂਸ ਐਪਸੀਲੋਨ ਨਾਲੋਂ ਘੱਟ ਹੋਵੇਗਾ। ਅਤੇ ਇਸ ਫੰਕਸ਼ਨ ਨੂੰ x 0 ਦੇ ਬਰਾਬਰ ਹੈ ਤੇ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ, ਇਸ ਲਈ ਪੁਆਇੰਟ x0 ਤੇ ਇੱਕ ਫੰਕਸ਼ਨ ਦੀ ਲਿਮਿਟ ਨੂੰ ਪਰਿਭਾਸ਼ਿਤ ਕਰਨਾ ਫੰਕਸ਼ਨ ਨੂੰ ਇਸ ਪੁਆਇੰਟ x0 ਤੇ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ ਅਤੇ ਇਸ ਲਈ ਇੱਥੇ x x0 ਦੇ ਬਰਾਬਰ ਹੈ ਨੂੰ ਬਾਹਰ ਕੀਤਾ ਗਿਆ ਹੈ। ਇਸ ਲਈ ਦੂਜੇ ਸ਼ਬਦਾਂ ਵਿੱਚ ਜੇਕਰ ਅਸੀਂ ਡਿਫਰੈਂਸ ਬਣਾ ਸਕਦੇ ਹਾਂ ਇਹ f(x - L), ਤਾਂ ਇਹ ਡਿਫਰੈਂਸ ਇੱਥੇ f(x - L) ਹੈ। ਜੇਕਰ ਅਸੀਂ ਇਸ ਡਿਫਰੈਂਸ ਨੂੰ ਛੋਟਾ ਬਣਾ ਸਕਦੇ ਹਾਂ ਜਿੰਨਾ ਅਸੀਂ ਚਾਹੁੰਦੇ ਹਾਂ, ਇਸ x0 ਦੇ ਆਸ-ਪਾਸ ਇੱਕ ਛੋਟੇ ਨੇਬਰਹੁੱਡ ਨੂੰ ਕੰਸੀਡਰ ਕਰਕੇ, ਫਿਰ ਅਸੀਂ ਕਹਿੰਦੇ ਹਾਂ ਕਿ ਇਹ f(x) ਇਸ f(x0) ਦੀ ਲਿਮਿਟ ਦੇ ਬਰਾਬਰ ਹੈ f(x) ਜਿਵੇਂ x goes to x0 L ਹੈ। ਇਸ ਲਈ ਹੁਣ ਇੱਥੇ ਇਹ ਉਦਾਹਰਨ ਲੈਂਦੇ ਹਾਂ ਕਿ ਇਸ 3x+1 ਦੀ ਲਿਮਿਟ ਕੀ ਹੈ as x goes to 1। ਅਤੇ ਇਹ ਇੱਥੇ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਹੈ ਕਿ ਇਸ ਕੇਸ ਵਿੱਚ ਲਿਮਿਟ 4 ਹੈ ਅਤੇ ਅਸੀਂ ਹੁਣ ਇਸ ਐਪਸੀਲੋਨ ਡੈਲਟਾ ਅਪਰੋਚ ਦੀ ਵਰਤੋਂ ਕਰਕੇ ਪ੍ਰੂਵ ਕਰਾਂਗੇ ਕਿ ਇਹ ਅਸਲ ਵਿੱਚ ਇਸ ਫੰਕਸ਼ਨ ਦੀ ਲਿਮਿਟ ਹੈ 3x+1। ਸਾਨੂੰ ਕੀ ਦਿਖਾਉਣ ਦੀ ਲੋੜ ਹੈ? ਸਾਨੂੰ ਇਹ ਦਿਖਾਉਣ ਦੀ ਜ਼ਰੂਰਤ ਹੈ ਕਿ ਦਿੱਤੇ ਗਏ ਐਪਸੀਲੋਨ ਲਈ ਇੱਥੇ ਇੱਕ ਡੈਲਟਾ ਐਗਜ਼ਿਸਟ ਕਰਦਾ ਹੈ, ਤਾਂ ਜੋ ਕਿ x - 1 ਡੈਲਟਾ ਦੇ ਬਰਾਬਰ ਤੋਂ ਘੱਟ ਹੋਵੇ। ਇਹ ਇਸ ਇੱਕ ਡੈਲਟਾ ਦੇ ਆਸ-ਪਾਸ ਦਾ ਨੇਬਰਹੁੱਡ ਹੈ, ਇੱਕ ਦੇ ਆਸ-ਪਾਸ ਦਾ ਨੇਬਰਹੁੱਡ। ਜੇ ਅਸੀਂ ਇਸ ਨੇਬਰਹੁੱਡ ਤੋਂ ਕੋਈ ਪੁਆਇੰਟ ਲੈਂਦੇ ਹਾਂ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਫੰਕਸ਼ਨ n-4 ਜੋ ਐਪਸੀਲੋਨ ਤੋਂ ਘੱਟ ਹੈ। ਇਸ ਲਈ ਇਹ ਪ੍ਰੂਵ ਕਰਨ ਲਈ ਅਸੀਂ ਇਸ ਡਿਫਰੈਂਸ ਨਾਲ ਇੱਥੇ ਸ਼ੁਰੂ ਕਰਾਂਗੇ 3x+1 - 4 ਜੋ ਕਿ 3x - 3 ਦੇ ਬਰਾਬਰ ਹੈ ਅਤੇ ਫਿਰ 3 ਅਤੇ ਸਾਡੇ ਕੋਲ ਮੋਡੂਲਸ x - 1 ਹੈ। ਇਹ ਮੋਡੂਲਸ x - 1 ਇਸ ਨੇਬਰਹੁੱਡ ਤੋਂ ਸਾਰੇ x ਪੂਰਾ ਕਰਦੇ ਹਨ ਕਿ x - 1 ਡੈਲਟਾ ਤੋਂ ਘੱਟ ਹੈ, ਇਸ ਲਈ ਇੱਥੇ 3 ਸੀ 3 ਡੈਲਟਾ ਤੋਂ ਘੱਟ ਸੀ। ਅਤੇ ਦਿੱਤੇ ਗਏ ਐਪਸੀਲੋਨ ਨਾਲੋਂ ਇਸ ਡਿਫਰੈਂਸ ਨੂੰ ਛੋਟਾ ਕਰਨ ਲਈ ਸਾਡਾ ਹੁਣ ਉਦੇਸ਼ ਕੀ ਹੈ? ਇਸ ਲਈ ਜੇ ਅਸੀਂ ਇੱਥੇ ਹੁਣ ਐਪਸੀਲੋਨ ਤੋਂ ਘੱਟ ਜਾਂ ਇਸ ਦੇ ਬਰਾਬਰ ਸੈੱਟ ਕਰਦੇ ਹਾਂ, ਸਾਨੂੰ ਦਿੱਤੇ ਗਏ ਐਪਸੀਲੋਨ ਲਈ ਡੈਲਟਾ ਅਤੇ ਐਪਸੀਲੋਨ ਦੇ ਵਿੱਚ ਇੱਕ ਰਿਲੇਸ਼ਨ ਮਿਲਦਾ ਹੈ। ਅਸੀਂ ਹੁਣ ਡੈਲਟਾ ਨੂੰ ਇਸ ਤਰ੍ਹਾਂ ਚੁਣ ਸਕਦੇ ਹਾਂ ਕਿ ਇਹ ਡਿਫਰੈਂਸ ਐਪਸੀਲੋਨ ਨਾਲੋਂ ਘੱਟ ਹੋ ਜਾਵੇਗਾ। ਇਸ ਲਈ ਰਿਲੇਸ਼ਨ ਕੀ ਹੈ? ਰਿਲੇਸ਼ਨ 3 ਡੈਲਟਾ ਐਪਸੀਲੋਨ ਤੋਂ ਘੱਟ ਜਾਂ ਇਸ ਦੇ ਬਰਾਬਰ ਹੈ। ਇਸ ਲਈ ਜੇ ਅਸੀਂ ਦਿੱਤੇ ਐਪਸੀਲੋਨ ਲਈ ਇਸ ਡੈਲਟਾ ਨੂੰ ਐਪਸੀਲੋਨ ਤੋਂ ਘੱਟ ਜਾਂ ਇਸ ਦੇ ਬਰਾਬਰ ਬਟਾ 3 ਚੁਣਦੇ ਹਾਂ, ਜੇ ਅਸੀਂ ਇਸ ਡੈਲਟਾ ਨੂੰ ਐਪਸੀਲੋਨ ਤੋਂ ਘੱਟ ਜਾਂ ਇਸ ਦੇ ਬਰਾਬਰ ਬਟਾ 3 ਚੁਣਦੇ ਹਾਂ, ਫਿਰ ਕਿਸੇ ਵੀ ਦਿੱਤੇ ਐਪਸੀਲੋਨ ਲਈ ਸਾਡਾ ਇਹ ਰਿਲੇਸ਼ਨ ਹੈ ਕਿ ਇਸ 3x+1 ਅਤੇ -4 ਦੇ ਵਿੱਚ ਡਿਫਰੈਂਸ ਐਪਸੀਲੋਨ ਨਾਲੋਂ ਘੱਟ ਹੈ ਜੋ ਅਸੀਂ ਹੁਣੇ ਇੱਥੇ ਵੇਖਿਆ ਹੈ। ਇਹ ਡਿਫਰੈਂਸ ਐਪਸੀਲੋਨ ਨਾਲੋਂ ਘੱਟ ਹੈ। ਇਸ ਰਿਲੇਸ਼ਨ ਦੇ ਕਾਰਨ ਅਸੀਂ ਇਸ ਡੈਲਟਾ ਨੂੰ ਐਪਸੀਲੋਨ ਨਾਲੋਂ ਘੱਟ ਬਟਾ 3 ਚੁਣ ਸਕਦੇ ਹਾਂ ਅਤੇ ਫਿਰ ਇਹ ਡਿਫਰੈਂਸ ਐਪਸੀਲੋਨ ਤੋਂ ਘੱਟ ਹੋ ਜਾਵੇਗਾ ਜਦੋਂ ਵੀ ਇਸ ਇੱਕ ਡੈਲਟਾ ਦੇ ਇਸ ਨੇਬਰਹੁੱਡ ਤੋਂ ਸਾਰੇ x ਲਈ ਇਸ ਇੱਕ ਦਾ ਨੇਬਰਹੁੱਡ। ਅਸੀਂ ਇਸ ਪਲੋਟ ਦੀ ਸਥਿਤੀ ਨੂੰ ਦੇਖ ਸਕਦੇ ਹਾਂ। ਇਸ ਲਈ ਉਦਾਹਰਨ ਲਈ x 1 ਦੇ ਬਰਾਬਰ ਹੈ, ਫੰਕਸ਼ਨ ਦੀ ਵੈਲਿਊ 4 ਹੈ। ਅਤੇ ਹੁਣ ਤੁਸੀਂ ਕੋਈ ਵੀ ਨੇਬਰਹੁੱਡ ਲੈ ਸਕਦੇ ਹੋ। ਉਦਾਹਰਨ ਦੇ ਲਈ ਅਸੀਂ ਇੱਥੇ ਇਹ ਨੇਬਰਹੁੱਡ ਚੁਣਿਆ ਹੈ, ਇਸ ਲਈ ਇਸ ਕੇਸ ਵਿੱਚ ਇਸ ਇੱਕ ਦੇ ਆਸ-ਪਾਸ ਦੁਬਾਰਾ ਇੱਕ ਡੈਲਟਾ ਨੇਬਰਹੁੱਡ ਮੌਜੂਦ ਹੈ। ਆਮ ਤੌਰ ਤੇ ਜਦੋਂ ਐਪਸੀਲੋਨ ਛੋਟਾ ਹੁੰਦਾ ਹੈ ਤਾਂ ਡੈਲਟਾ ਵੀ ਛੋਟਾ ਹੁੰਦਾ ਹੈ ਅਤੇ ਜਦੋਂ ਐਪਸੀਲੋਨ ਵੱਡਾ ਹੁੰਦਾ ਹੈ ਤਾਂ ਸਾਡੇ ਕੋਲ ਉਸ ਪੁਆਇੰਟ ਦੇ ਆਸ-ਪਾਸ ਇੱਕ ਵੱਡਾ
ਨੇਬਰਹੁੱਡ ਹੋ ਸਕਦਾ ਹੈ। ਇਸ ਲਈ ਉਦਾਹਰਨ ਦੇ ਤੌਰ ਤੇ ਇੱਥੇ ਅਸੀਂ ਇਸ ਪੁਆਇੰਟ 4 ਦੇ ਆਸ-ਪਾਸ ਇੱਕ ਵੱਡਾ ਨੇਬਰਹੁੱਡ ਚੁਣਿਆ ਹੈ। ਅਤੇ ਫਿਰ ਅਨੁਸਾਰੀ ਤੌਰ ਤੇ ਇਹ ਡੈਲਟਾ ਵੀ ਵੱਡਾ ਹੈ, ਇਸ ਲਈ ਇਸ ਡੈਲਟਾ ਨੇਬਰਹੁੱਡ ਵਿੱਚ ਇਹ ਸਾਰੇ ਐਕਸ ਇਸ ਰਿਲੇਸ਼ਨ ਨੂੰ ਪੂਰਾ ਕਰਦੇ ਹਨ ਕਿ ਇਸ ਫੰਕਸ਼ਨ -4 ਦਾ ਡਿਫਰੈਂਸ ਐਪਸੀਲੋਨ ਨਾਲੋਂ ਘੱਟ ਹੈ। ਇਸ ਲਈ ਜੇ ਲਿਮਿਟ ਐਗਜ਼ਿਸਟ ਨਹੀਂ ਕਰਦੀ ਹੈ ਤਾਂ ਲਿਮਿਟ ਦੀ ਗੈਰ ਮੌਜੂਦਗੀ ਲਈ ਕੀ ਹੋਵੇਗਾ? ਉਦਾਹਰਨ ਦੇ ਲਈ ਇਸ ਕੇਸ ਵਿੱਚ ਜਿਵੇਂ ਕਿ x ਦੇ ਕੋਲ ਜਾਂਦਾ ਹੈ। ਲਿਮਿਟ ਭਾਵੇਂ ਰਾਈਟ ਹੋਵੇ ਜਾਂ ਲੈਫਟ L ਦੇ ਬਰਾਬਰ ਨਹੀਂ ਹੈ। ਅਤੇ ਕੀ ਹੋਵੇਗਾ ਜੇਕਰ ਅਸੀਂ ਇਸ L ਦੇ ਆਸ-ਪਾਸ ਇੱਕ ਨੇਬਰਹੁੱਡ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਅਤੇ ਕੀ ਇਸ x ਦੇ ਆਸ-ਪਾਸ ਅਨੁਸਾਰੀ ਨੇਬਰਹੁੱਡ ਐਗਜ਼ਿਸਟ ਹੋਵੇਗਾ ਜਾਂ ਨਹੀਂ? ਇਸ ਲਈ ਇੱਥੇ ਉਦਾਹਰਨ ਲਈ ਇਹ ਐਪਸੀਲੋਨ ਨੇਬਰਹੁੱਡ ਹੈ, ਪਰ ਅਸੀਂ ਇਸ ਕੇਸ ਵਿੱਚ ਕੀ ਦੇਖਦੇ ਹਾਂ ਕਿ ਇਸ x ਦਾ ਕੋਈ ਨੇਬਰਹੁੱਡ ਨਹੀਂ ਹੈ। ਜੋ ਵੀ ਛੋਟਾ ਨੇਬਰਹੁੱਡ ਤੁਸੀਂ ਲੈਂਦੇ ਹੋ ਅਤੇ ਇਸ ਦੇ ਵਿਚਕਾਰ ਕੋਈ ਵੀ x ਫੰਕਸ਼ਨ ਵੈਲਿਊ ਅਤੇ ਇਸ ਲਿਮਿਟ ਦੇ ਵਿੱਚ ਡਿਫਰੈਂਸ ਇੱਥੇ ਇਸ ਐਪਸੀਲੋਨ ਨਾਲੋਂ ਵੱਧ ਹੋ ਜਾਵੇਗਾ। ਇਸ ਲਈ ਹਾਂ, ਇਹ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਹੈ ਕਿ ਤੁਸੀਂ ਇੱਥੇ ਇਸ ਨੇਬਰਹੁੱਡ ਵਿੱਚ ਕਿਸੇ ਵੀ ਪੁਆਇੰਟ ਨੂੰ ਲੈਂਦੇ ਹੋ ਅਤੇ ਫਿਰ f(x) ਅਤੇ ਇਸ L ਦੇ ਵਿੱਚ ਡਿਫਰੈਂਸ ਇੱਥੇ ਦਿੱਤੇ ਐਪਸੀਲੋਨ ਨਾਲੋਂ ਵੱਧ ਜਾਵੇਗਾ। ਇਸ ਲਈ ਇਸ ਸਥਿਤੀ ਵਿੱਚ ਸਾਡੇ ਕੋਲ ਇਹ ਸੰਭਾਵਨਾ ਨਹੀਂ ਹੈ ਕਿ ਦਿੱਤੇ ਗਏ ਐਪਸੀਲੋਨ ਲਈ ਇਸ x0 ਦੇ ਆਸ-ਪਾਸ ਇੱਕ ਡੈਲਟਾ ਨੇਬਰਹੁੱਡ ਮੌਜੂਦ ਹੈ। ਇਸ ਸਥਿਤੀ ਵਿੱਚ ਦਿੱਤੇ ਗਏ ਐਪਸੀਲੋਨ ਲਈ ਇੱਥੇ ਕੋਈ ਡੈਲਟਾ ਐਗਜ਼ਿਸਟ ਨਹੀਂ ਕਰਦਾ ਹੈ, ਜਿਵੇਂ ਕਿ ਇਹ ਡਿਫਰੈਂਸ f(x-L) ਐਪਸੀਲੋਨ ਨਾਲੋਂ ਘੱਟ ਹੈ, ਜਿੱਥੇ ਇਹ x ਇਸ ਡੈਲਟਾ ਨੇਬਰਹੁੱਡ ਤੋਂ ਹੈ। ਦੁਬਾਰਾ ਯਾਦ ਕਰੋ ਕਿ ਲਿਮਿਟ ਦੀ ਐਗਜ਼ਿਸਟੈਂਸ ਸੀ ਕਿ ਲਿਮਿਟ x goes to x0 f(x) L ਦੇ ਬਰਾਬਰ ਹੈ, ਅਤੇ ਇਸ ਦਾ ਮਤਲਬ ਹੈ ਕਿ L ਦਾ ਹਰੇਕ ਨੇਬਰਹੁੱਡ, ਇਸ ਲਈ ਹਰੇਕ ਨੇਬਰਹੁੱਡ ਜਿਸਨੂੰ n ਐਪਸੀਲੋਨ L ਆਫ L ਦੁਆਰਾ ਦਰਸਾਇਆ ਗਿਆ ਹੈ, ਇੱਥੇ x0 ਦੇ ਕੁਝ ਨੇਬਰਹੁੱਡ ਐਗਜ਼ਿਸਟ ਕਰਦੇ ਹਨ, ਜਿਵੇਂ ਕਿ f(x) L ਦੇ ਇਸ ਨੇਬਰਹੁੱਡ ਨਾਲ ਸੰਬੰਧਿਤ ਹੈ, ਜਦੋਂ ਕਿ x ਇਸ x0 ਦੇ ਨੇਬਰਹੁੱਡ ਨਾਲ ਸੰਬੰਧਿਤ ਹੈ x0 ਦਾ ਡੈਲਟਾ ਨੇਬਰਹੁੱਡ। ਇਸ ਲਈ ਦੋ ਵੇਰੀਏਬਲਸ ਦੇ ਫੰਕਸ਼ਨਸ ਦੀ ਲਿਮਿਟ ਬਾਰੇ ਅਸੀਂ ਹੁਣ ਚਰਚਾ ਕਰਾਂਗੇ। ਇਹ ਸਿਰਫ ਇਸ ਨੂੰ ਜਾਰੀ ਰੱਖਣਾ ਹੈ, ਬਲਕਿ ਇੱਥੇ ਜਨਰਲ ਡੈਫੀਨੇਸ਼ਨ ਹੈ। ਇਸ ਲਈ ਇਹ x ਸ਼ਾਇਦ 2 ਡਾਇਮੈਂਸ਼ਨਲ ਪਲੇਨ ਵਿੱਚ ਇੱਕ ਪੁਆਇੰਟ ਹੈ, ਉਦਾਹਰਨ ਵਜੋਂ xy ਪਲੇਨ ਵਿੱਚ। ਅਤੇ ਦੁਬਾਰਾ ਇਸ ਪਰਿਭਾਸ਼ਾ ਨੂੰ ਲਿਮਿਟ ਦੀ ਪਰਿਭਾਸ਼ਾ ਦੇ ਜਨਰਲਾਈਜ਼ੇਸ਼ਨ ਲਈ ਲਿਆਇਆ ਜਾਵੇਗਾ। ਉਦਾਹਰਨ ਦੇ ਲਈ ਇਸ ਕੇਸ ਵਿੱਚ ਅਸੀਂ z ਨੂੰ f(x-y) ਦੇ ਰੂਪ ਵਿੱਚ ਦੋ ਵੇਰੀਏਬਲਸ ਦੇ ਫੰਕਸ਼ਨ ਵਜੋਂ ਲੈਂਦੇ ਹਾਂ, ਜਿਸ ਨੂੰ ਡੋਮੇਨ D ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਅਤੇ ਇਸ Px0y0 ਨੂੰ D ਵਿੱਚ ਇੱਕ ਪੁਆਇੰਟ ਮੰਨ ਲਓ। ਇਸ ਲਈ ਜੇ ਕਿਸੇ ਦਿੱਤੇ ਗਏ ਰੀਅਲ ਨੰਬਰ ਐਪਸੀਲੋਨ ਲਈ, ਭਾਵੇਂ ਛੋਟਾ ਹੋਵੇ, ਅਸੀਂ ਇੱਕ ਰੀਅਲ ਨੰਬਰ ਡੈਲਟਾ ਪਤਾ ਕਰ ਸਕਦੇ ਹਾਂ, ਜਿਵੇਂ ਕਿ ਇਸ ਪੁਆਇੰਟ x0, y0 ਦੇ ਡੈਲਟਾ ਨੇਬਰਹੁੱਡ ਵਿੱਚ ਹਰੇਕ ਪੁਆਇੰਟ xy ਇਹ ਪੂਰਾ ਕਰਦਾ ਹੈ ਕਿ f(x-y-L) ਐਪਸੀਲੋਨ ਤੋਂ ਘੱਟ ਹੈ, ਤਾਂ ਅਸੀਂ ਇਸ ਨੂੰ ਕਹਾਂਗੇ ਕਿ ਇਹ L ਲਿਮਿਟ ਹੈ। ਤਾਂ ਇਸ ਦਾ ਕੀ ਅਰਥ ਹੈ ਕਿ ਇਹ f(x-y-L) ਐਪਸੀਲੋਨ ਤੋਂ ਘੱਟ ਹੈ, ਜਿੱਥੇ ਵੀ ਇਹ xy ਆਉਂਦੇ ਹਨ। ਇਸ x0 y0 ਦਾ ਡੈਲਟਾ ਨੇਬਰਹੁੱਡ, ਜੇ ਕਿਸੇ ਦਿੱਤੇ ਹੋਏ ਐਪਸੀਲੋਨ ਲਈ ਸਾਨੂੰ ਅਜਿਹਾ ਡੈਲਟਾ ਮਿਲ ਸਕਦਾ ਹੈ, ਤਾਂ ਅਸੀਂ ਕਹਾਂਗੇ ਕਿ ਇਹ L f(x-y) ਦੀ ਲਿਮਿਟ ਹੈ। ਦੁਬਾਰਾ ਫੰਕਸ਼ਨ ਨੂੰ ਇਸ ਲਿਮਿਟ ਦੀ ਐਗਜ਼ਿਸਟੈਂਸ ਲਈ x0 y0 ਤੇ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ, ਅਤੇ ਇਸ ਲਈ ਅਸੀਂ ਇਸ ਨੂੰ ਬਾਹਰ ਰੱਖ ਸਕਦੇ ਹਾਂ। ਇਸ x0 y0 ਦੇ ਬਰਾਬਰ ਹੈ, ਅਤੇ ਫਿਰ ਇਸ ਰੀਅਲ ਨੰਬਰ L ਨੂੰ ਫੰਕਸ਼ਨ f(x-y) ਦੀ ਲਿਮਿਟ ਕਿਹਾ ਜਾਂਦਾ ਹੈ, ਕਿਉਂਕਿ xy goes to x0 y0। ਪ੍ਰਤੀਕਾਤਮਕ ਤੌਰ ਤੇ ਅਸੀਂ ਦੁਬਾਰਾ ਦਰਸਾਉਂਦੇ ਹਾਂ ਕਿ ਲਿਮਿਟ xy goes to x0 y0 f(x-y-L) ਦੇ ਬਰਾਬਰ ਹੈ। ਜੇ ਅਸੀਂ ਇਸ ਪ੍ਰੋਬਲਮ ਨੂੰ ਹੁਣ ਲੈਂਦੇ ਹਾਂ, ਦੋ ਵੇਰੀਏਬਲ x² + y² ਦੇ ਇਸ ਫੰਕਸ਼ਨ ਤੋਂ ਅਤੇ sin 1/x² + y², ਅਤੇ ਇਹ ਲਿਮਿਟ 0 ਹੈ। ਅਸੀਂ ਇਹ ਪ੍ਰੂਵ ਕਰਨਾ ਚਾਹੁੰਦੇ ਹਾਂ ਕਿ ਇਹ ਲਿਮਿਟ 0 ਹੈ, ਐਪਸੀਲੋਨ ਡੈਲਟਾ ਅਪਰੋਚ ਦੀ ਵਰਤੋਂ ਕਰਦੇ ਹੋਏ। ਇਸ ਲਈ ਅਸੀਂ ਕਿਵੇਂ ਅੱਗੇ ਵਧਦੇ ਹਾਂ? ਹੁਣ 4xy 0 ਦੇ ਬਰਾਬਰ ਨਹੀਂ ਹੈ, ਕਿਉਂਕਿ 0 ਤੇ ਇਹ ਫੰਕਸ਼ਨ ਪਰਿਭਾਸ਼ਿਤ ਨਹੀਂ ਹੈ,
ਅਤੇ ਅਸੀਂ ਫੰਕਸ਼ਨ ਦੇ ਇਸ ਡਿਫਰੈਂਸ ਤੇ ਵਿਚਾਰ ਕਰਦੇ ਹਾਂ ਜੋ ਕਿ x ਸਕੁਏਅਰ ਪਲਸ y ਸਕੁਏਅਰ ਹੈ ਅਤੇ sin 1 ਓਵਰ x ਸਕੁਏਅਰ ਪਲਸ y ਸਕੁਏਅਰ। ਲਿਮਿਟਿੰਗ ਵੈਲਿਊ 0 ਤੋਂ ਘੱਟ ਹੈ। ਇਸ ਲਈ ਜੇਕਰ ਅਸੀਂ ਹੁਣ ਇਸ ਡਿਫਰੈਂਸ ਨਾਲ ਸ਼ੁਰੂ ਕਰੀਏ, ਇਹ x ਸਕੁਏਅਰ ਪਲਸ y ਸਕੁਏਅਰ ਹੈ ਕਿਉਂਕਿ ਇਹ ਪੋਜ਼ਿਟਿਵ ਹੋਣ ਜਾ ਰਿਹਾ ਹੈ ਅਤੇ ਇਸ sin 1 ਓਵਰ x ਸਕੁਏਅਰ ਪਲਸ y ਸਕੁਏਅਰ ਦੀ ਐਬਸੋਲਿਊਟ ਵੈਲਿਊ। ਅਤੇ ਅਸੀਂ ਜਾਣਦੇ ਹਾਂ ਕਿ sin ਦੀ ਇਹ ਵੈਲਿਊ ਹਮੇਸ਼ਾ -1 ਅਤੇ 1 ਦੇ ਵਿਚਕਾਰ ਹੁੰਦੀ ਹੈ, ਇਸ ਲਈ ਇਹ ਕੁਆਂਟੀਟੀ 1 ਦੁਆਰਾ ਬਾਉਂਡਡ ਹੈ। ਇਸ ਲਈ ਇਹ 1 ਤੋਂ ਘੱਟ ਜਾਂ ਇਸ ਦੇ ਬਰਾਬਰ ਹੈ। ਇਸ ਦਾ ਮਤਲਬ ਹੈ ਕਿ ਇਹ ਡਿਫਰੈਂਸ x ਸਕੁਏਅਰ ਪਲਸ y ਸਕੁਏਅਰ ਦੇ ਬਰਾਬਰ ਜਾਂ ਘੱਟ ਹੈ। ਅਤੇ ਅਸੀਂ ਇਸ 0 ਪੁਆਇੰਟ ਦੇ ਨੇਬਰਹੁੱਡ ਨੂੰ ਜਾਣਦੇ ਹਾਂ ਕਿਉਂਕਿ ਅਸੀਂ ਇਸ ਲਿਮਿਟ ਨੂੰ 0 ਤੇ ਲਿਜਾ ਰਹੇ ਹਾਂ। ਤਾਂ ਇਸ 0 ਦਾ ਨੇਬਰਹੁੱਡ ਕੀ ਹੈ? ਜਾਂ 0 ਦਾ ਡੈਲਟਾ ਨੇਬਰਹੁੱਡ ਕੀ ਹੈ? ਇਹ ਹੈ x ਸਕੁਏਅਰ ਪਲਸ y ਸਕੁਏਅਰ ਲੈਸ ਦੈਨ ਸਕੁਏਅਰ ਰੂਟ ਆਫ ਦਿਸ ਲੈਸ ਦੈਨ ਡੈਲਟਾ, ਜਾਂ x ਸਕੁਏਅਰ ਪਲਸ y ਸਕੁਏਅਰ ਲੈਸ ਦੈਨ ਡੈਲਟਾ ਸਕੁਏਅਰ। ਇਸ ਲਈ ਅਸੀਂ ਉੱਥੇ ਇਸ ਇਨਇਕੁਆਲਿਟੀ ਦੀ ਵਰਤੋਂ ਕਰ ਸਕਦੇ ਹਾਂ। ਇਸ ਲਈ ਇਸ ਨੇਬਰਹੁੱਡ ਵਿੱਚ x ਸਕੁਏਅਰ ਪਲਸ y ਸਕੁਏਅਰ ਲੈਸ ਦੈਨ ਡੈਲਟਾ ਸਕੁਏਅਰ ਹੈ। ਅਤੇ ਅਸੀਂ ਦਿੱਤੇ ਗਏ ਐਪਸੀਲੋਨ ਲਈ ਇਹ ਡਿਫਰੈਂਸ ਲੈਸ ਦੈਨ ਐਪਸੀਲੋਨ ਸੈੱਟ ਕਰਨਾ ਚਾਹੁੰਦੇ ਹਾਂ। ਅਤੇ ਅਸੀਂ ਅਜਿਹੇ ਡੈਲਟਾ ਲਈ ਦੇਖ ਰਹੇ ਹਾਂ ਜੋ ਉਸ ਇਨਇਕੁਆਲਿਟੀ ਨੂੰ ਪੂਰਾ ਕਰੇ। ਇਸ ਲਈ ਇੱਥੇ ਇਹ ਡਿਫਰੈਂਸ ਹੈ। ਜੇ ਅਸੀਂ ਲੈਸ ਦੈਨ ਐਪਸੀਲੋਨ ਬਣਾਉਣਾ ਚਾਹੁੰਦੇ ਹਾਂ, ਫਿਰ ਅਸੀਂ ਡੈਲਟਾ ਅਤੇ ਐਪਸੀਲੋਨ ਦੇ ਵਿਚਕਾਰ ਇਹ ਰਿਲੇਸ਼ਨ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਦਿੱਤੇ ਗਏ ਐਪਸੀਲੋਨ ਲਈ ਜੇ ਅਸੀਂ ਡੈਲਟਾ ਦੀ ਚੋਣ ਕਰਦੇ ਹਾਂ ਤਾਂ ਕਿ ਡੈਲਟਾ ਸਕੁਏਅਰ ਐਪਸੀਲੋਨ ਤੋਂ ਘੱਟ ਜਾਂ ਇਸ ਦੇ ਬਰਾਬਰ ਹੋਵੇ, ਫਿਰ ਅਸੀਂ ਲਿਮਿਟ ਨੂੰ ਕਰ ਲਿਆ ਹੈ ਕਿ ਇਹ ਡਿਫਰੈਂਸ ਹੈ ਲੈਸ ਦੈਨ ਐਪਸੀਲੋਨ ਡੈਲਟਾ ਲਈ, ਜੋ ਇਹ ਪੂਰਾ ਕਰਦਾ ਹੈ ਕਿ ਡੈਲਟਾ ਸਕੁਏਅਰ ਐਪਸੀਲੋਨ ਨਾਲੋਂ ਘੱਟ ਹੈ। ਇਸ ਲਈ ਇੱਥੇ ਜੇ ਕਿਸੇ ਦਿੱਤੇ ਗਏ ਐਪਸੀਲੋਨ ਲਈ ਜੇ ਅਸੀਂ ਚੋਣ ਕਰਦੇ ਹਾਂ ਕਿ ਡੈਲਟਾ ਸਕੁਏਅਰ ਐਪਸੀਲੋਨ ਤੋਂ ਘੱਟ ਜਾਂ ਇਸ ਦੇ ਬਰਾਬਰ ਹੈ, ਫਿਰ ਫੰਕਸ਼ਨ ਵੈਲਿਊ ਅਤੇ ਇਸ ਦੀ ਲਿਮਿਟਿੰਗ ਵੈਲਿਊ ਦੇ ਵਿੱਚ ਇਹ ਡਿਫਰੈਂਸ ਐਪਸੀਲੋਨ ਤੋਂ ਘੱਟ ਹੋਵੇਗਾ। ਇਸ ਲਈ ਇਹ ਇੱਥੇ ਐਪਸੀਲੋਨ ਤੋਂ ਘੱਟ ਹੋਵੇਗਾ। ਜੇਕਰ ਅਸੀਂ ਇਸ ਨੇਬਰਹੁੱਡ ਤੋਂ x y ਲੈਂਦੇ ਹਾਂ, ਇਸ ਲਈ ਦੁਬਾਰਾ ਸਿਰਫ ਇਸ ਨੂੰ ਯਾਦ ਕਰਨ ਲਈ ਅਸੀਂ ਕਿਸੇ ਵੀ ਪੁਆਇੰਟ x y 0 ਦੇ ਬਰਾਬਰ ਨਹੀਂ ਤੇ ਫੰਕਸ਼ਨ ਵੈਲਿਊ ਦੇ ਡਿਫਰੈਂਸ ਨਾਲ ਸ਼ੁਰੂ ਕੀਤਾ ਹੈ ਅਤੇ ਇਸ ਦੀ ਲਿਮਿਟਿੰਗ ਵੈਲਿਊ। ਅਤੇ ਕਿਸੇ ਤਰ੍ਹਾਂ ਸਾਨੂੰ ਇਸ ਡਿਫਰੈਂਸ ਨੂੰ ਇਸ ਰੂਪ ਵਿੱਚ ਲਿਖਣਾ ਪਵੇਗਾ ਤਾਂ ਜੋ ਅਸੀਂ ਇਸ ਡੈਲਟਾ ਇਨਇਕੁਆਲਿਟੀ ਨੂੰ x ਨਾਟ y ਨਾਟ ਪੁਆਇੰਟ ਦੇ ਨੇਬਰਹੁੱਡ ਤੋਂ ਵਰਤ ਸਕੀਏ ਜੋ ਇਸ ਕੇਸ ਵਿੱਚ 0 ਹੈ। ਅਤੇ ਇੱਕ ਵਾਰ ਜਦੋਂ ਅਸੀਂ ਇਸ ਡੈਲਟਾ ਤੇ ਪਹੁੰਚ ਜਾਂਦੇ ਹਾਂ ਤਾਂ ਅਸੀਂ ਇਹ ਸੈੱਟ ਕਰ ਸਕਦੇ ਹਾਂ ਕਿ ਇਹ ਐਪਸੀਲੋਨ ਇਕੁਅਲ ਟੂ ਲੈਸ ਦੈਨ ਇਕੁਅਲ ਟੂ ਐਪਸੀਲੋਨ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਇਹ ਡਿਫਰੈਂਸ ਬਣਾਉਣਾ ਚਾਹੁੰਦੇ ਹਾਂ। ਇਹ ਡਿਫਰੈਂਸ ਇੱਥੇ ਫੰਕਸ਼ਨ n-a ਲਿਮਿਟਿੰਗ ਵੈਲਿਊ ਲੈਸ ਦੈਨ ਐਪਸੀਲੋਨ। ਇਸ ਲਈ ਇਸ ਡਿਫਰੈਂਸ ਤੋਂ ਅਸੀਂ ਕਹਿ ਸਕਦੇ ਹਾਂ ਕਿ ਦਿੱਤੇ ਗਏ ਐਪਸੀਲੋਨ ਲਈ ਇੱਕ ਡੈਲਟਾ ਐਗਜ਼ਿਸਟ ਕਰਦਾ ਹੈ। ਰਿਲੇਸ਼ਨ ਇਹ ਹੈ ਕਿ ਡੈਲਟਾ ਸਕੁਏਅਰ ਐਪਸੀਲੋਨ ਤੋਂ ਘੱਟ ਜਾਂ ਇਸ ਦੇ ਬਰਾਬਰ ਹੋਣਾ ਚਾਹੀਦਾ ਹੈ। ਇੱਕ ਹੋਰ ਉਦਾਹਰਣ ਜਿੱਥੇ ਸਾਨੂੰ ਇਹ ਪ੍ਰੂਵ ਕਰਨ ਦੀ ਜ਼ਰੂਰਤ ਹੈ ਕਿ ਇਹ ਲਿਮਿਟ x y goes to 0 x y ਓਵਰ x ਸਕੁਏਅਰ ਪਲਸ y ਸਕੁਏਅਰ ਅਤੇ ਉਹਨਾਂ ਦਾ ਸਕੁਏਅਰ ਰੂਟ 0 ਹੈ। ਇਸ ਲਈ ਇਸ ਕੇਸ ਵਿੱਚ ਦੁਬਾਰਾ ਫੰਕਸ਼ਨ ਪਰਿਭਾਸ਼ਿਤ ਨਹੀਂ ਕੀਤਾ ਜਾਂਦਾ ਜਦੋਂ x y goes to 0 ਹੈ। ਇਸ ਕਾਰਨ ਕਰਕੇ x ਸਕੁਏਅਰ ਪਲਸ y ਸਕੁਏਅਰ ਇਸ ਲਈ ਇਹ 0 ਹੋ ਜਾਵੇਗਾ। ਪਰ ਅਸੀਂ ਹੁਣ ਕੀ ਪ੍ਰੂਵ ਕਰਾਂਗੇ ਕਿ ਇਹ ਲਿਮਿਟ 0 ਹੈ। ਅਸੀਂ ਇੱਥੇ 0 ਨੂੰ ਸਿੱਧਾ ਸਬਸਟੀਟਿਊਟ ਨਹੀਂ ਕਰ ਸਕਦੇ ਕਿਉਂਕਿ ਇਹ 0 ਵਰਗਾ ਹੋਵੇਗਾ ਅਤੇ ਫਿਰ ਇੱਥੇ 0 ਹੈ ਅਤੇ ਅਜਿਹਾ ਕੋਈ ਐਲ ਹੌਸਪਿਟਲ ਰੂਲ ਨਹੀਂ ਹੈ ਜਿਸ ਨੂੰ ਅਸੀਂ ਇੱਕ ਵੇਰੀਏਬਲ ਦੇ ਮਾਮਲੇ ਵਿੱਚ ਲਾਗੂ ਕਰ ਸਕਦੇ ਹਾਂ। ਸਾਡੇ ਕੋਲ ਐਲ ਹੌਸਪਿਟਲ ਰੂਲ ਸੀ ਅਤੇ ਜਿਸ ਵਿੱਚ ਕਿਹਾ ਗਿਆ ਹੈ ਕਿ ਡੈਰੀਵੇਟਿਵ ਦੀ ਇਹ ਲਿਮਿਟ ਡੈਰੀਵੇਟਿਵਜ਼ ਦੇ ਅਨੁਪਾਤ ਦੀ ਲਿਮਿਟ ਦੇ ਬਰਾਬਰ ਹੋਵੇਗੀ। ਪਰ ਇੱਥੇ ਇਸ ਲਈ ਅਸੀਂ ਇਸ ਐਕਸਪ੍ਰੈਸ਼ਨ ਵਿੱਚ x ਅਤੇ y ਦੀ ਵੈਲਿਊ ਨੂੰ ਸਿੱਧਾ ਸਬਸਟੀਟਿਊਟ ਨਹੀਂ ਕਰ ਸਕਦੇ। ਇਸ ਲਈ ਅਸੀਂ ਦੁਬਾਰਾ ਐਪਸੀਲੋਨ ਡੈਲਟਾ ਅਪਰੋਚ ਦੀ ਵਰਤੋਂ ਕਰਕੇ ਇਹ ਪ੍ਰੂਵ ਕਰਾਂਗੇ ਕਿ ਇਹ ਲਿਮਿਟ 0 ਹੈ। ਅਸੀਂ ਇਸ x y ਨੂੰ ਨਾਟ ਇਕੁਅਲ ਟੂ 0 ਲੈਂਦੇ ਹਾਂ ਅਤੇ ਅਸੀਂ ਦੁਬਾਰਾ ਕੰਸੀਡਰ ਕਰਦੇ ਹਾਂ ਜਿਵੇਂ ਕਿ ਪਿਛਲੀ ਉਦਾਹਰਣ ਵਿੱਚ ਫੰਕਸ਼ਨ ਦੇ ਵਿੱਚ ਡਿਫਰੈਂਸ ਜੋ ਕਿ x y ਓਵਰ ਸਕੁਏਅਰ ਰੂਟ x ਸਕੁਏਅਰ ਪਲਸ y ਸਕੁਏਅਰ ਹੈ ਅਤੇ ਮਾਈਨਸ ਇਹ ਲਿਮਿਟ ਇੱਥੇ 0 ਹੈ। ਅਤੇ ਹੁਣ
ਇਸ ਲਈ ਇਹ ਹੈ ਇਕੁਅਲ ਟੂ xy ਡਿਵਾਈਡਡ ਬਾਏ ਦਾ ਸਕੁਏਅਰ ਰੂਟ ਆਫ x ਸਕੁਏਅਰ ਪਲਸ y ਸਕੁਏਅਰ। ਅਤੇ ਹੁਣ ਇਹ ਪੋਜ਼ਿਟਿਵ ਹੈ, ਇਸ ਲਈ ਸਾਡੇ ਕੋਲ ਅਸਲ ਵਿੱਚ xy ਐਬਸੋਲਿਊਟ ਵੈਲਿਊ ਡਿਵਾਈਡਡ ਬਾਏ x ਸਕੁਏਅਰ ਪਲਸ y ਸਕੁਏਅਰ ਹੈ। ਅਤੇ ਹੁਣ ਉਦੇਸ਼ ਉਹੀ ਹੈ ਕਿ ਅਸੀਂ ਨੇਬਰਹੁੱਡ ਦੀ ਇਨਇਕੁਆਲਿਟੀ ਦੇ ਰੂਪ ਵਿੱਚ ਸਭ ਕੁਝ ਲਿਖਣਾ ਚਾਹੁੰਦੇ ਹਾਂ ਜੋ ਇਸ ਕੇਸ ਵਿੱਚ ਹੋਵੇਗਾ ਕਿਉਂਕਿ ਸਾਡੇ ਕੋਲ 0 ਪੁਆਇੰਟ ਹੈ। ਇਹ x ਸਕੁਏਅਰ ਪਲਸ y ਸਕੁਏਅਰ ਹੋਵੇਗਾ ਅਤੇ ਉਹਨਾਂ ਦਾ ਸਕੁਏਅਰ ਰੂਟ। ਇਸ ਲਈ ਅਸੀਂ ਹੁਣ ਇਸ ਐਕਸਪ੍ਰੈਸ਼ਨ ਨੂੰ x ਸਕੁਏਅਰ ਪਲਸ y ਸਕੁਏਅਰ ਦੇ ਫਾਰਮ ਵਿੱਚ ਕਨਵਰਟ ਕਰਾਂਗੇ। ਇਸ ਲਈ ਅਸੀਂ ਹੁਣ ਨੋਟਿਸ ਕਰਾਂਗੇ ਕਿ ਜੇ ਅਸੀਂ ਇਹ ਇਨਇਕੁਆਲਿਟੀ x ਮਾਈਨਸ y ਹੋਲ ਸਕੁਏਅਰ ਲੈਂਦੇ ਹਾਂ ਜੋ ਕਿ ਇੱਥੇ ਸਕੁਏਅਰ ਦੇ ਕਾਰਨ ਹਮੇਸ਼ਾ 0 ਤੋਂ ਵੱਡਾ ਜਾਂ ਇਸ ਦੇ ਬਰਾਬਰ ਹੁੰਦਾ ਹੈ, ਅਤੇ ਫਿਰ ਅਸੀਂ ਇੱਥੇ ਕੀ ਪ੍ਰਾਪਤ ਕਰਦੇ ਹਾਂ x ਸਕੁਏਅਰ ਪਲਸ ਇਹ y ਸਕੁਏਅਰ ਅਤੇ ਫਿਰ ਮਾਈਨਸ 2xy 0 ਤੋਂ ਵੱਡਾ, ਜਿਸ ਦਾ ਅਰਥ ਹੋਵੇਗਾ ਕਿ ਇਹ x ਸਕੁਏਅਰ ਪਲਸ y ਸਕੁਏਅਰ 2x y ਤੋਂ ਵੱਡਾ ਹੈ। ਅਤੇ ਫਿਰ ਇਸ ਲਈ ਇੱਥੇ ਤੁਹਾਡੇ ਕੋਲ x ਸਕੁਏਅਰ ਪਲਸ y ਸਕੁਏਅਰ ਗ੍ਰੇਟਰ ਦੈਨ ਹੈ। ਅਸੀਂ ਐਬਸੋਲਿਊਟ ਵੈਲਿਊ ਲੈ ਸਕਦੇ ਹਾਂ, ਇਸ ਲਈ ਇੱਥੇ x ਸਕੁਏਅਰ ਪਲਸ y ਸਕੁਏਅਰ ਪੋਜ਼ਿਟਿਵ ਹੈ, ਇਸ ਲਈ ਸਾਡੇ ਕੋਲ 2 ਹੈ ਅਤੇ xy ਇਸ 2 ਟਾਈਮਸ xy ਤੋਂ ਵੱਡਾ ਹੈ ਅਤੇ ਇਹ ਗ੍ਰੇਟਰ ਦੈਨ xy ਹੈ। ਇਸ ਕੇਸ ਵਿੱਚ ਅਸੀਂ ਇਸ ਇਨਇਕੁਆਲਿਟੀ ਦੀ ਵਰਤੋਂ ਕਰ ਸਕਦੇ ਹਾਂ ਕਿ x ਸਕੁਏਅਰ ਪਲਸ y ਸਕੁਏਅਰ ਗ੍ਰੇਟਰ ਦੈਨ ਐਬਸੋਲਿਊਟ ਵੈਲਿਊ ਆਫ xy ਹੈ। ਇਸ ਰਿਲੇਸ਼ਨ ਨੂੰ ਰੱਖਣ ਨਾਲ ਅਸੀਂ ਹੁਣ ਇਸ ਐਬਸੋਲਿਊਟ ਵੈਲਿਊ xy ਨੂੰ ਬਦਲ ਸਕਦੇ ਹਾਂ ਵੱਡੀ ਕੁਆਂਟੀਟੀ ਦੁਆਰਾ ਜੋ ਕਿ x ਸਕੁਏਅਰ ਪਲਸ y ਸਕੁਏਅਰ ਹੈ ਅਤੇ x ਸਕੁਏਅਰ ਪਲਸ y ਸਕੁਏਅਰ ਨਾਲ ਡਿਵਾਈਡ ਕੀਤਾ ਹੈ। ਇਸ ਲਈ ਇੱਥੇ ਹੁਣ ਸਾਨੂੰ ਇਹ x ਸਕੁਏਅਰ ਪਲਸ y ਸਕੁਏਅਰ ਮਿਲਿਆ ਹੈ ਅਤੇ ਅਸੀਂ ਇਸ ਡੈਲਟਾ ਦੇ ਇਸ ਨੇਬਰਹੁੱਡ ਨੂੰ ਦੁਬਾਰਾ ਵਿਚਾਰਦੇ ਹਾਂ ਜੋ ਹੈ x ਸਕੁਏਅਰ ਪਲਸ y ਸਕੁਏਅਰ ਸਕੁਏਅਰ ਰੂਟ ਇਸ ਡੈਲਟਾ ਤੋਂ ਘੱਟ ਹੈ। ਇਸ ਲਈ ਅਸੀਂ ਇਹ ਸੈੱਟ ਕਰਦੇ ਹਾਂ ਕਿ ਇਹ x ਸਕੁਏਅਰ ਪਲਸ y ਸਕੁਏਅਰ ਸਕੁਏਅਰ ਰੂਟ ਡੈਲਟਾ ਤੋਂ ਘੱਟ ਹੈ, ਘੱਟੋ ਘੱਟ ਇਸ 0 ਦੇ ਨੇਬਰਹੁੱਡ ਵਿੱਚ। ਅਤੇ ਹੁਣ ਅਸੀਂ ਇਹ ਸੈੱਟ ਕਰਨਾ ਚਾਹੁੰਦੇ ਹਾਂ ਕਿ ਇਹ ਡਿਫਰੈਂਸ ਐਪਸੀਲੋਨ ਨਾਲੋਂ ਘੱਟ ਹੈ। ਦੁਬਾਰਾ ਫਿਰ ਅਸੀਂ ਉਸੇ ਆਈਡੀਆ ਦੀ ਵਰਤੋਂ ਕਰਾਂਗੇ, ਇਸ ਲਈ ਇੱਥੇ ਇਹ ਹੈ ਲੈਸ ਦੈਨ ਇਕੁਅਲ ਟੂ ਐਪਸੀਲੋਨ। ਇਸ ਲਈ ਇਹ ਐਕਸਪ੍ਰੈਸ਼ਨ ਫੰਕਸ਼ਨ ਅਤੇ ਲਿਮਿਟਿੰਗ ਵੈਲਿਊ ਦੇ ਵਿੱਚ ਡਿਫਰੈਂਸ ਲੈਸ ਦੈਨ ਐਪਸੀਲੋਨ ਹੈ ਜੇਕਰ ਅਸੀਂ ਇਸ ਰਿਲੇਸ਼ਨ ਨੂੰ ਚੁਣਦੇ ਹਾਂ ਕਿ ਡੈਲਟਾ ਹੈ ਲੈਸ ਦੈਨ ਔਰ ਇਕੁਅਲ ਟੂ ਐਪਸੀਲੋਨ। ਇਸ ਲਈ ਦਿੱਤੇ ਐਪਸੀਲੋਨ ਲਈ ਜੇ ਅਸੀਂ ਡੈਲਟਾ ਇਕੁਅਲ ਟੂ ਐਪਸੀਲੋਨ ਜਾਂ ਐਪਸੀਲੋਨ ਤੋਂ ਘੱਟ ਕੁਝ ਚੁਣਦੇ ਹਾਂ, ਫਿਰ ਫੰਕਸ਼ਨ ਵੈਲਿਊ ਅਤੇ ਇਸ ਦੀ ਲਿਮਿਟਿੰਗ ਵੈਲਿਊ ਦੇ ਵਿੱਚ ਡਿਫਰੈਂਸ ਹੋਵੇਗਾ ਲੈਸ ਦੈਨ ਐਪਸੀਲੋਨ। ਇਸ ਲਈ ਦਿੱਤੇ ਗਏ ਐਪਸੀਲੋਨ ਲਈ ਅਸੀਂ ਡੈਲਟਾ ਲੈਸ ਦੈਨ ਚੁਣਦੇ ਹਾਂ ਤਾਂ ਫੰਕਸ਼ਨ ਵੈਲਿਊ ਅਤੇ ਮਾਈਨਸ ਲਿਮਿਟਿੰਗ ਵੈਲਿਊ ਦੇ ਵਿੱਚ ਡਿਫਰੈਂਸ ਹੋਵੇਗਾ ਲੈਸ ਦੈਨ ਐਪਸੀਲੋਨ। ਇਸ ਲਈ ਹੁਣ ਸਿੱਟਾ ਕੱਢਣ ਲਈ ਅਸੀਂ ਦੋ ਵੇਰੀਏਬਲਸ ਦੇ ਫੰਕਸ਼ਨਸ ਬਾਰੇ ਚਰਚਾ ਕੀਤੀ ਹੈ। ਮੁੱਖ ਤੌਰ ਤੇ z f(x, y) ਦੇ ਬਰਾਬਰ ਹੈ, ਇਸ ਲਈ ਇੱਥੇ x ਅਤੇ y ਇੰਡੀਪੈਂਡੈਂਟ ਵੇਰੀਏਬਲ ਹਨ, ਇਸ ਲਈ ਉਹ ਕੋਈ ਵੀ ਵੈਲਿਊ ਲੈ ਸਕਦੇ ਹਨ ਅਤੇ ਇਹ z ਵੈਲਿਊ ਤੇ ਨਿਰਭਰ ਕਰਦਾ ਹੈ। ਮੇਰਾ ਮਤਲਬ ਇੱਥੇ ਇਹ ਫੰਕਸ਼ਨਲ ਵੈਲਿਊ ਹੈ। ਅਤੇ ਅਸੀਂ ਇਹ ਵੀ ਦੇਖਿਆ ਹੈ ਕਿ ਅਜਿਹੇ ਫੰਕਸ਼ਨ x, y, z ਪਲੇਨ ਵਿੱਚ ਸਰਫੇਸ ਨੂੰ ਦਰਸਾਉਂਦੇ ਹਨ। ਅਸੀਂ ਪਰਿਭਾਸ਼ਾ ਦੀ ਲਿਮਿਟ ਬਾਰੇ ਵੀ ਚਰਚਾ ਕੀਤੀ ਹੈ, ਖਾਸ ਤੌਰ ਤੇ ਐਪਸੀਲੋਨ ਡੈਲਟਾ ਪਰਿਭਾਸ਼ਾ ਜੋ ਕਿ ਕਿਸੇ ਤਰ੍ਹਾਂ ਇਹ ਪ੍ਰੂਵ ਕਰਨ ਲਈ ਬਹੁਤ ਉਪਯੋਗੀ ਹੈ ਕਿ ਦਿੱਤਾ ਗਿਆ ਨੰਬਰ L ਲਿਮਿਟ ਹੈ। ਇਸ ਐਪਸੀਲੋਨ ਡੈਲਟਾ ਅਪਰੋਚ ਦੀ ਸਹਾਇਤਾ ਨਾਲ ਅਸੀਂ ਸਿਰਫ ਲਿਮਿਟ ਪ੍ਰਾਪਤ ਨਹੀਂ ਕਰ ਸਕਦੇ, ਪਰ ਜੇ ਸਾਡੇ ਕੋਲ ਲਿਮਿਟ ਬਾਰੇ ਕੁਝ ਆਈਡੀਆ ਹੈ ਤਾਂ ਇਸ ਐਪਸੀਲੋਨ ਡੈਲਟਾ ਪਹੁੰਚ ਦੀ ਵਰਤੋਂ ਇਹ ਵੈਰੀਫਾਈ ਕਰਨ ਲਈ ਕੀਤੀ ਜਾ ਸਕਦੀ ਹੈ ਕਿ L ਲਿਮਿਟ ਹੈ, ਕਿਉਂਕਿ ਇਸ ਦੋ ਵੇਰੀਏਬਲਸ ਦੇ ਕੇਸ ਵਿੱਚ ਹੁਣ ਅਸੀਂ ਕੀ ਵੇਖਾਂਗੇ। ਜਦੋਂ ਸਾਡੇ ਕੋਲ ਦੋ ਵੇਰੀਏਬਲਸ ਦੇ ਫੰਕਸ਼ਨ ਹੁੰਦੇ ਹਨ ਤਾਂ ਇੱਥੇ ਕਈ ਪਾਥ ਹਨ ਜੋ xy ਪਲੇਨ ਦੇ ਕਿਸੇ ਖਾਸ ਪੁਆਇੰਟ ਤੇ ਪਹੁੰਚਦੇ ਹਨ, ਅਤੇ ਇਹ ਉਸ ਤੋਂ ਬਿਲਕੁਲ ਵੱਖਰਾ ਹੈ ਜੋ ਅਸੀਂ ਇੱਕ ਵੇਰੀਏਬਲ ਦੇ ਮਾਮਲੇ ਵਿੱਚ ਵੇਖਿਆ ਹੈ ਜਿੱਥੇ ਦੋ ਪਾਥ ਸਨ, ਇੱਕ ਸੱਜੇ ਪਾਸੇ ਤੋਂ ਇੱਕ ਖੱਬੇ ਪਾਸੇ ਤੋਂ, ਅਤੇ ਅਸੀਂ ਖੱਬੇ ਪਾਸੇ ਤੋਂ ਸੱਜੇ ਪਾਸੇ ਤੋਂ ਲਿਮਿਟ ਪ੍ਰਾਪਤ ਕਰਦੇ ਸੀ ਅਤੇ ਫਿਰ ਜੇ ਉਹ ਦੋਵੇਂ ਬਰਾਬਰ ਹਨ ਤਾਂ ਅਸੀਂ ਕਹਿੰਦੇ ਹਾਂ ਕਿ ਲਿਮਿਟ ਐਗਜ਼ਿਸਟ ਕਰਦੀ ਹੈ। ਪਰ ਹੁਣ ਇਸ ਕੇਸ ਵਿੱਚ ਕਿਉਂਕਿ ਤੁਸੀਂ ਕਈ ਦਿਸ਼ਾਵਾਂ ਤੋਂ ਕਿਸੇ ਖਾਸ ਪੁਆਇੰਟ ਤੇ ਪਹੁੰਚ ਸਕਦੇ ਹੋ, ਇਹ ਸੰਭਵ ਨਹੀਂ ਹੈ।
ਕੁਝ ਮਾਰਗਾਂ ਦੇ ਨਾਲ ਸਿਰਫ ਲਿਮਿਟ ਪ੍ਰਾਪਤ ਕਰਨ ਲਈ ਕਿਉਂਕਿ ਇਸ ਲਿਮਿਟਿੰਗ ਪ੍ਰੋਸੈਸ ਵਿੱਚ ਬਹੁਤ ਸਾਰੇ ਇਨਫਾਈਨਾਈਟਲੀ ਪਾਥ ਸ਼ਾਮਿਲ ਹਨ। ਇਸ ਲਈ ਇਹ ਐਪਸੀਲੋਨ ਡੈਲਟਾ ਅਪਰੋਚ ਬਹੁਤ ਉਪਯੋਗੀ ਹੋਵੇਗੀ ਜਦੋਂ ਇੱਕ ਵਾਰ ਸਾਨੂੰ ਲਿਮਿਟ ਬਾਰੇ ਥੋੜਾ ਆਈਡੀਆ ਹੋ ਜਾਂਦਾ ਹੈ ਅਤੇ ਫਿਰ ਲਿਮਿਟ ਦੀ ਇਸ ਵੈਲਿਊ ਨੂੰ ਇਹ ਪ੍ਰੂਵ ਕਰਨ ਲਈ ਵਰਤਿਆ ਜਾ ਸਕਦਾ ਹੈ ਕਿ ਇਹ ਅਸਲ ਵਿੱਚ ਲਿਮਿਟ ਹੈ। ਅਗਲੇ ਲੈਕਚਰ ਵਿੱਚ ਅਸੀਂ ਲਿਮਿਟਸ ਬਾਰੇ ਲਿਮਿਟ ਦੇ ਮੁਲਾਂਕਣ ਹੋਰ ਜਾਣਾਂਗੇ। ਖਾਸ ਕਰਕੇ ਇਹ ਉਹ ਹਵਾਲੇ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਇਹਨਾਂ ਲੈਕਚਰਾਂ ਨੂੰ ਤਿਆਰ ਕਰਨ ਲਈ ਕੀਤੀ ਹੈ ਅਤੇ ਤੁਹਾਡਾ ਬਹੁਤ ਧੰਨਵਾਦ।